ਪਰ ਜਿਹੜਾ ਹੁਣ ਜਿਸ ਮੁਕਾਮ ਤੇ ਪਹੁੰਚਿਆ ਹੋਇਆ ਹੈ ਜੀ ਇਹ ਕਿਸਾਨੀ ਸੰਘਰਸ਼, ਸੰਧੂ ਸਾਹਿਬ ਇਹ ਦੱਸੋ ਵੀ ਕਿਵੇਂ ਲੱਗਦਾ ਤੁਹਾਨੂੰ? ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਫਰਕ ਮਿਟਾ ਦਿੱਤਾ। ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ ਵਗੈਰਾ ਸੂਬੇ ਜਿਹੜੇ ਵੰਡੇ ਪਏ ਸੀ ਪਾਣੀਆਂ ਕਰਕੇ, ਹੋਰਾਂ ਕਰਕੇ, ਉਹ ਜਿਹੜੀ ਇੱਕ ਤਰ੍ਹਾਂ ਦੀ ਤੁਹਾਡੀ ਇੱਕ ਤੁਰਤ ਦੇ ਨਾਲ ਡਿਫਰੈਂਸਿਸ ਸੀ ਉਹ ਸਾਰੇ ਖਤਮ ਕਰ ਦਿੱਤੇ। ਮੈਂ ਤਾਂ ਆਪਦੀ ਹੁਣ ਮੈਂ 70 ਸਾਲ ਦਾ ਹੋ ਗਿਆ, ਆਪਣੀ ਉਮਰ ਵਿੱਚ ਕੋਈ ਵੀ ਐਡਾ ਵੱਡਾ ਪਬਲਿਕ ਤੋਂ ਗ੍ਰਾਸ ਰੂਟ ਤੋਂ ਹਮਾਇਤ ਖੜੀ ਹੁੰਦੀ ਨਜ਼ਰ ਨਹੀਂ ਆਈ ਕਦੇ ਵੀ, ਕਿਸੇ ਵੀ ਮੋਰਚੇ 'ਚ ਲੈ ਲਓ। ਜਦੋਂ ਕਮ ਸੇ ਕਮ ਮੇਰੇ ਜਨਮ 50 ਤੋਂ ਬਾਅਦ ਤਾਂ ਮੈਂ ਵੇਖਿਆ ਨਹੀਂ। ਬਹੁਤ ਜ਼ਿਆਦਾ ਪਬਲਿਕ ਵੀ ਨਾਲ ਜਿਹੜੀ ਕਿਸੇ ਦਾ ਕਿਸਾਨੀ ਨਾਲ ਕੋਈ ਮਤਲਬ ਨਹੀਂ, ਕੋਈ ਪ੍ਰੋਫੈਸਰ ਹੈ, ਕੋਈ ਫੌਜੀ ਹੈ, ਕੋਈ ਇੰਡਸਟਰੀਅਲਿਸਟ ਹੈ, ਕੋਈ ਦੁਕਾਨਦਾਰ ਹੈ, ਹਿੰਦੂ ਮੁਸਲਮਾਨ ਸਿੱਖ ਸਾਰੇ ਸਹਿਯੋਗ ਦੇਣ ਲੱਗੇ ਹੈ। ਖਾਲਿਸਤਾਨ, ਟੁਕੜੇ ਟੁਕੜੇ ਗੈਂਗ, ਨੈਕਸਲਾਈਟ, ਫਲਾਨਾ ਢਿਮਕਾ, ਉਹ ਸਾਰੀਆਂ ਚੀਜ਼ਾਂ ਆਪੇ ਕਿਤਨੇ ਤਿੱਤਰ ਬਿੱਤਰ ਜੀਆਂ ਹੋ ਗਈਆਂ। ਰਾਈਟ, ਬੜਾ ਖਤਰਨਾਕ ਖੇਡ ਖੇਲ ਰਹੀ ਸੀ ਗਵਰਨਮੈਂਟ। ਇਹ ਆਪਣੇ ਕੋਲੋਂ ਜਿਹੜੀ ਇਹਨਾਂ ਦੀਆਂ ਇਕਨੋਮਿਕ ਫੇਲੀਅਰਸ ਹੈ ਔਰ ਜਿਹੜੀ ਓਵਰਆਲ ਇੰਡੀਆ ਦੀ ਇਕਨੋਮਿਕ ਪੋਜੀਸ਼ਨ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਆਫ ਦੀ ਗਵਰਨਮੈਂਟ, ਉਹ ਹੀ ਪ੍ਰਸ਼ਨ ਚਿੰਨ੍ਹ 'ਚ ਆ ਚੁੱਕੀ ਹੈ। ਜੇ ਆਪਾਂ ਜਿਤਨਾ ਹਾਸਲ ਕਰਕੇ ਆਏ ਤਾਂ ਅਗਲੇ 50 ਸਾਲ ਕਿਸਾਨੀ ਮੂਵਮੈਂਟ ਉੱਠ ਨਹੀਂ ਸਕੇਗੀ। ਅਗਰ ਆਪਾਂ ਰਿਪੀਲ ਕਰਾ ਲਈਏ ਜਾਂ MSP ਕਰਾ ਲਈਏ, ਜੋ ਵੀ ਲੀਡਰਸ਼ਿਪ ਠੀਕ ਸਮਝਦੀ ਹੈ, 70-80% ਵੀ ਗੇਨ ਕਰਕੇ ਆਪਾਂ ਜਕਾਰੇ ਛੱਡਦੇ ਵਾਪਸ ਆਈਏ ਤਾਂ ਗਾਂ ਆਉਣ ਵਾਲੇ 50 ਸਾਲ ਕੋਈ ਵੀ ਸਰਕਾਰ ਕਿਸਾਨਾਂ ਨਾਲ ਪੰਗਾ ਨਹੀਂ ਲਏਗੀ। ਇਹ ਬੜਾ ਜ਼ਰੂਰੀ ਹੈ। ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਹਫ਼ਤੇ ਦੇ ਅਲਬਰਟਾ ਵੀਕਲੀ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਇੱਕ ਖਾਸ ਮਿੱਤਰ ਦੇ ਨਾਲ, ਗੁਰਬੀਰ ਸਿੰਘ ਸੰਧੂ, ਜੋ ਪੇਸ਼ੇ ਵਜੋਂ ਸਿਵਲ ਇੰਜੀਨੀਅਰ ਨੇ, ਮੇਰੇ ਜਮਾਤੀ ਵੀ ਰਹੇ ਨੇ ਔਰ ਐਕਸ ਓਲੰਪੀਅਨ ਵੀ ਨੇ, ਅਰਜਨ ਅਵਾਰਡੀ ਵੀ ਨੇ। ਔਰ ਇਹਨਾਂ ਨੇ ਵੀ ਆਪਣਾ ਅਰਜਨ ਅਵਾਰਡ ਜਿਹੜਾ ਸੀਗਾ ਕਿਸਾਨੀ ਸੰਘਰਸ਼ ਵਾਲੇ ਦਿਨਾਂ ਵਿੱਚ ਉਹ ਵੀ ਮੋੜ ਦਿੱਤਾ। ਔਰ ਖਿਡਾਰੀ ਕਾਲਜ ਦੇ ਦਿਨਾਂ ਵਿੱਚ ਇਹਨਾਂ ਨੇ ਹੈਮਰ ਥਰੋ ਦਾ ਰਿਕਾਰਡ ਰੱਖਿਆ ਸੀ ਜੀ ਇੰਜੀਨੀਅਰਿੰਗ ਕਾਲਜ 'ਚ। ਉਹ 48 ਸਾਲਾਂ ਬਾਅਦ ਜਾ ਕੇ ਰਿਕਾਰਡ ਟੁੱਟਾ ਸੀ। ਗੱਲਬਾਤ ਗੁਰਬੀਰ ਸਿੰਘ ਸੰਧੂ ਹੋਰਾਂ ਨਾਲ ਕਰਾਂਗੇ ਇਸ ਪੱਖ ਤੋਂ, ਕਿਉਂਕਿ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਆ ਪਿਛਲੇ, ਆਪਾਂ ਪਤਾ ਲੱਗਾ ਵੀ ਪੰਜਾਬ 'ਚ ਤਾਂ 5-6 ਮਹੀਨੇ ਹੋ ਗਏ ਨੇ। ਉਦੋਂ ਬਾਅਦ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਜਿਹੜੀ ਗੱਲਬਾਤ ਹੋਈ ਆ, ਔਰ ਇਹ ਚੰਡੀਗੜ੍ਹ ਤੋਂ ਵੀ ਬਹੁਤ ਸਾਰੇ ਜਿਹੜੇ ਹੈ ਨੇ ਜੀ ਅਧਿਕਾਰੀ ਪੁਰਾਣੇ, ਉਹ ਇਕੱਠੇ ਹੋਏ, ਉਹਨਾਂ ਨੇ ਵੀ ਉਸ ਸੰਘਰਸ਼ ਦੀ ਹਮਾਇਤ ਕਰਨ ਦੀ ਗੱਲ ਕੀਤੀ। ਉੱਥੇ ਜਾ ਕੇ ਲੀਡਰਸ਼ਿਪ ਨੂੰ ਵੀ ਮਿਲੇ ਨੇ। ਔਰ ਇਹਨਾਂ ਤੋਂ ਆਪਾਂ ਹੁਣ ਪੁੱਛਾਂਗੇ ਵੀ ਭਾਈ ਇਹ ਜਿਹੜਾ ਕਿਸਾਨੀ ਸੰਘਰਸ਼ ਆ ਇਹ ਕਿਸ ਪਾਸੇ ਵੱਲ ਨੂੰ ਜਾ ਰਿਹਾ, ਜਿਹੜੀ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਦੀ ਕੀ ਆਸ ਦੀ ਕਿਰਨ ਨਜ਼ਰ ਆਉਂਦੀ ਆ, ਕਿ ਜਿਸ ਤਰ੍ਹਾਂ ਦਾ ਸਰਕਾਰ ਨੇ ਰੁਖ ਕੀਤਾ ਹੋਇਆ ਆ ਉਹਦੇ ਤੋਂ ਕੋਈ ਆਸ ਵੱਝਦੀ ਆ ਕਿ ਨਹੀਂ, ਜਾਂ ਜਿਹੜੀਆਂ ਵੱਖਰੀਆਂ ਆਵਾਜ਼ਾਂ ਹੋਰ ਆ ਰਹੀਆਂ ਨੇ ਹੁਣ, ਉਹਨਾਂ ਤੋਂ ਕੋਈ ਗੱਲ ਤੁਹਾਨੂੰ ਲੱਗਦਾ ਹੈ ਕੋਈ ਚੇਂਜ ਹੋਏਗੀ ਸਰਕਾਰ ਦੇ ਰਵੱਈਏ ਵਿੱਚ? ਸੋ ਸਭ ਤੋਂ ਪਹਿਲਾਂ ਗੁਰਬੀਰ ਸਿੰਘ ਸੰਧੂ ਹੋਰਾਂ ਨੂੰ ਜੀ ਆਇਆਂ ਆਖਦਾ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ, ਥੈਂਕ ਯੂ। ਬੜਾ ਅੱਛਾ ਲੱਗਿਆ ਅੱਜ ਫੇਰ ਤੇਰੇ ਪ੍ਰੋਗਰਾਮ ਤੇ ਆ ਕੇ, ਧੰਨਵਾਦ। ਬਹੁਤ ਬਹੁਤ ਤੁਹਾਨੂੰ ਜੀ ਆਇਆਂ ਨੂੰ ਜਨਾਬ। ਪ੍ਰੋਗਰਾਮ ਤੇ ਬੜਾ ਮਾਣ ਹੁੰਦਾ ਹੈ ਜਦੋਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲਬਾਤ ਕਰੀਦੀ, ਔਰ ਖਾਸ ਕਰਕੇ ਤੁਸੀਂ ਜਿਸ ਤਰ੍ਹਾਂ ਉੱਥੇ ਬਿਜ਼ੀ ਹੋਏ ਆ, ਇਹ ਜਿਹੜਾ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਤੁਸੀਂ ਜਿੰਨੀ ਵਾਰੀ ਵੀ ਚੱਕਰ ਲਾਇਆ ਕੁਝ ਨਾ ਕੁਝ ਉੱਥੇ ਪਹਿਲਾਂ ਡੋਨੇਟ ਕਰਨ ਵੀ ਗਏ ਆ, ਖੈਰ ਜਿੰਨਾ ਵੀ ਹੋ ਸਕਦਾ। ਪਰ ਜਿਹੜਾ ਹੁਣ ਜਿਸ ਮੁਕਾਮ ਤੇ ਪਹੁੰਚਿਆ ਹੋਇਆ ਜੀ ਇਹ ਕਿਸਾਨੀ ਸੰਘਰਸ਼, ਸੰਧੂ ਸਾਹਿਬ ਇਹ ਦੱਸੋ ਵੀ ਕਿਵੇਂ ਲੱਗਦਾ ਤੁਹਾਨੂੰ? ਕੁਲਮੀਤ, ਸੰਘਰਸ਼ ਜਿਹੜਾ ਹੈ ਇਹਨੇ ਆਲਰੇਡੀ ਬਹੁਤ ਪ੍ਰਾਪਤੀਆਂ ਕਰ ਚੁੱਕੀ ਹੈ, ਜਿਵੇਂ ਆਪਾਂ ਸਭ ਚੰਗੀ ਤਰ੍ਹਾਂ ਭਲੀ ਭਾਂਤੀ ਵਾਕਫ ਹਾਂ। ਇਹਨੇ ਇੱਕ ਨਾਮ ਕੱਢ ਦਿੱਤਾ ਦੁਨੀਆ ਪੱਧਰ ਤੇ, ਕਿਸਾਨੀ ਨੂੰ ਜੋੜ ਦਿੱਤਾ, ਹਿੰਦੂ ਮੁਸਲਮਾਨ ਸਿੱਖ ਈਸਾਈ ਦਾ ਫਰਕ ਮਿਟਾ ਦਿੱਤਾ। ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ ਵਗੈਰਾ ਸੂਬੇ ਜਿਹੜੇ ਵੰਡੇ ਪਏ ਸੀ ਪਾਣੀਆਂ ਕਰਕੇ, ਹੋਰਾਂ ਕਰਕੇ, ਉਹ ਜਿਹੜੀ ਇੱਕ ਤਰ੍ਹਾਂ ਦੀ ਤੁਹਾਡੀ ਇੱਕ ਤੁਰਤ ਦੇ ਨਾਲ ਡਿਫਰੈਂਸਿਸ ਸੀ ਉਹ ਸਾਰੇ ਖਤਮ ਕਰ ਦਿੱਤੇ। ਇਹਨੇ ਬਹੁਤ ਪ੍ਰਾਪਤੀਆਂ ਆਲਰੇਡੀ ਕਰ ਲਈਆਂ। ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਵੀ ਜੋ ਵੀ ਹੱਲ ਹੋਏਗਾ, ਜੋ ਸਿੱਟਾ ਨਿਕਲ ਕੇ ਆਏਗਾ,
ਉਹ ਕਿਸਾਨੀ ਨੂੰ ਤਾਕਤ ਬਖਸ਼ੇਗਾ। ਆਪਾਂ ਸਹੀ ਰਾਹ ਤੇ ਹੈ। ਮੈਂ ਸਮਝਾਂਗਾ ਵੀ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਇੰਨੇ ਵੱਡੇ ਲੈਵਲ ਤੇ ਦੁਨੀਆ ਦੇ ਸਭ ਤੋਂ ਵੱਡੇ ਪੀਸਫੁਲ ਪ੍ਰੋਟੈਸਟ ਨੂੰ ਆਰਗੇਨਾਈਜ਼ ਕਰਨਾ, ਇਹ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ ਤਾਂ ਮੈਂ ਬੱਲੇ ਬੱਲੇ ਕਰਦਾ ਹੀ ਹਾਂ, ਪਰ ਇਹਦੇ 'ਚ ਕੋਈ ਡਾਊਟ ਨਹੀਂ, ਕੋਈ ਵੱਡੀ ਆਤਮਿਕ ਇੱਕ ਸ਼ਕਤੀ, ਪਰਮਾਤਮਿਕ ਸ਼ਕਤੀ ਜਿਹੜੀ ਇਹਨਾਂ ਨੂੰ ਗਾਈਡ ਕਰਦੀ ਆ ਰਹੀ ਹੈ। ਵਰਨਾ ਇੱਕ ਸਟੇਟ ਜਿਹੜੀ ਬਿਲਕੁਲ ਤੁਲ ਚੁੱਕੀ ਹੈ ਵੀ ਇਹਨਾਂ ਨੂੰ ਅਸੀਂ ਬਰਬਾਦ ਕਰਕੇ ਹਟਣਾ ਹੈ। ਵੀ ਹੈਵ ਟੂ ਮੇਕ ਐਨ ਐਗਜ਼ਾਮਪਲ, ਹੌਰੀਬਲ ਐਗਜ਼ਾਮਪਲ ਆਫ ਦਿਸ ਪ੍ਰੋਟੈਸਟ। ਉਹਨਾਂ ਦੀ ਸ਼ੜਯੰਤਰਾਂ ਨੂੰ ਪਰਮਾਤਮਾ ਆਪੇ ਸੁਧਾਰੀ ਜਾਂਦਾ ਹੈ, ਉਹਨਾਂ ਨੂੰ ਸਿੱਧਾ ਪੈਣ ਨਹੀਂ ਦੇ ਰਿਹਾ। ਇਹਦੇ 'ਚ ਕੋਈ ਡਾਊਟ ਨਹੀਂ ਵੀ ਇਹ ਪਬਲਿਕ ਦੀ ਜਿਹੜੀ ਹਮਾਇਤ ਹੈ। ਮੈਂ ਤਾਂ ਆਪਦੀ, ਹੁਣ ਮੈਂ 70 ਸਾਲ ਦਾ ਹੋ ਗਿਆ, ਆਪਣੀ ਉਮਰ ਵਿੱਚ ਕੋਈ ਵੀ ਐਡਾ ਵੱਡਾ ਪਬਲਿਕ ਤੋਂ, ਗ੍ਰਾਸ ਰੂਟ ਤੋਂ ਹਮਾਇਤ ਖੜੀ ਹੁੰਦੀ ਨਜ਼ਰ ਨਹੀਂ ਆਈ ਕਦੇ ਵੀ, ਕਿਸੇ ਵੀ ਮੋਰਚੇ 'ਚ ਲੈ ਲਓ। ਕਿਸੇ ਜਦੋਂ ਕਮ ਸੇ ਕਮ ਮੇਰੇ ਜਨਮ 50 ਤੋਂ ਬਾਅਦ ਤਾਂ ਮੈਂ ਵੇਖਿਆ ਨਹੀਂ, ਪਰ ਇੰਨਾ ਵੱਡਾ ਉਪਰਾਲਾ ਕਰਕੇ ਲੀਡਰਾਂ ਨੇ ਤੇ ਕਿਸਾਨਾਂ ਨੇ ਤੇ ਬੇਬਿਆਂ ਨੇ, ਭੈਣਾਂ ਨੇ, ਬੱਚੀਆਂ ਨੇ ਜੋ ਬਣਾਤਾ, ਇਹਦਾ ਸਿੱਟਾ ਮੈਨੂੰ ਤਾਂ ਕੋਈ ਸ਼ੱਕ ਨਹੀਂ ਵੀ ਇਹ ਕਾਮਯਾਬੀ ਹੋਵੇਗੀ ਕਿਸਾਨੀ। ਤੁਸੀਂ ਬਹੁਤ ਸਾਰੀਆਂ ਗੱਲਾਂ ਕਹੀਆਂ। ਲੀਡਰਸ਼ਿਪ ਜਿਹੜੀ ਹੈ ਜੀ, ਉਹਨਾਂ ਨੇ ਦੇਖੋ ਬੜਾ ਸਮਾਂ ਮੇਰਾ ਖਿਆਲ ਇਹਨਾਂ ਦੇ ਵਿੱਚ ਬਿਤਾਇਆ ਯੂਨੀਅਨ ਦੇ ਵਿੱਚ, ਔਰ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਭਲੀ ਭਾਂਤ ਜਾਣਦੇ ਆ। ਪਰ ਉਹਨਾਂ ਨੂੰ ਜਿਹੜਾ ਦੇਖੋ ਇੱਕ ਪਾਸੇ ਤਾਂ ਸਰਕਾਰ ਨੂੰ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੇ ਜਿਹੜੇ ਵੱਖਰੇ ਵੱਖਰੇ ਕਹਿ ਲਓ ਢਕਵਾਂਜਿਆ, ਉਹਨਾਂ ਨੂੰ ਉਹ ਦੇਖਦੇ ਆ। ਦੂਸਰੇ ਪਾਸੇ ਕਈ ਵਾਰੀ ਤੁਹਾਨੂੰ ਏਦਾਂ ਲੱਗਦਾ ਵੀ ਵੱਖਰੀਆਂ ਵੱਖਰੀਆਂ ਸੁਰਾਂ ਜਾਂ ਜਿਹੜੀਆਂ ਕੁਝ ਖਬਰਾਂ ਨੇ ਸੱਜੇ ਖੱਬੇ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹਦੇ ਨਾਲ ਕਈ ਵਾਰੀ ਤੁਸੀਂ ਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਨਿਰਾਸ਼ਾ ਜੀ ਹੁੰਦੀ ਆ। ਨਹੀਂ ਦੇਖੋ, ਇਹ ਉਤਰਾ ਚੜਾਅ ਤਾਂ ਜ਼ਿੰਦਗੀ ਦਾ ਖੇਡ ਹੈ ਕੁਲਬੀਰ ਸਿੰਘ, ਆਪਾਂ ਨੂੰ ਸਭ ਜਾਣਦੇ ਹੈ। ਇਵੇਂ ਕੋਈ ਵੀ ਮੂਵਮੈਂਟ ਹੈ, ਕੋਈ ਵੀ ਮੁਲਕ ਹੈ, ਕੋਈ ਵੀ ਹਸਤੀ ਹੈ, ਉਹਦੇ ਉਤਰਾ ਚੜਾਅ ਤਾਂ ਆਉਣਗੇ। ਇਹ ਕੰਟੀਨਿਊਸ ਪ੍ਰੋਸੈਸ ਹੈ। ਇਹ ਨਹੀਂ ਵੀ ਆਪਾਂ ਟਾਰਗੇਟ ਲੈ ਕੇ ਆਹ ਮੰਗਾ ਮਨਾ ਕੇ ਤੂੰ ਮੁੜ ਕੇ ਕਿਸਾਨੀ ਨੂੰ ਕਦੇ ਕੁਝ ਪੰਗਾ ਪੈਣਾ ਹੀ ਨਹੀਂ। ਇਹ ਚੱਲਦੀਆਂ ਰਹਿੰਦੀਆਂ। ਦਿਸ ਇਜ਼ ਪਾਰਟ ਆਫ ਦੀ ਐਵੋਲਿਊਸ਼ਨ, ਬਟ ਦਿਸ ਇਜ਼ ਅ ਹਿਸਟੋਰਿਕ ਮੂਵਮੈਂਟ ਜਿਹਦੇ ਵਿੱਚ ਕਾਮਯਾਬੀ ਕਰਨੀ ਕਿਸਾਨੀ ਲਈ ਬਹੁਤ ਹੀ ਅਹਿਮ ਹੈ। ਜ਼ਿੰਦਗੀ ਮੌਤ ਦਾ ਸਵਾਲ ਹੈ, ਜਿਹੜੇ ਜ਼ਿੰਮੇਦਾਰ ਔਰ ਲੀਡਰ ਸਮਝ ਚੁੱਕੇ ਕਿਸਾਨੀ ਦੇ। ਵੱਡੀ ਇਹਦੇ 'ਚ ਮੈਨੂੰ ਨਜ਼ਰ ਆ ਰਹੀ ਹੈ ਜੋ ਤਬਦੀਲੀ ਆਂਦੀ ਵੀ ਨਾਲ ਕਿਸਾਨ ਮਜ਼ਦੂਰ ਤੁਰ ਪਿਆ, ਬਹੁਤ ਜ਼ਿਆਦਾ ਪਬਲਿਕ ਵੀ ਨਾਲ ਜਿਹੜੀ ਕਿਸੇ ਦਾ ਕਿਸਾਨੀ ਨਾਲ ਕੋਈ ਮਤਲਬ ਨਹੀਂ, ਕੋਈ ਪ੍ਰੋਫੈਸਰ ਹੈ, ਕੋਈ ਫੌਜੀ ਹੈ, ਕੋਈ ਇੰਡਸਟਰੀਅਲਿਸਟ ਹੈ, ਕੋਈ ਦੁਕਾਨਦਾਰ ਹੈ, ਹਿੰਦੂ ਮੁਸਲਮਾਨ ਸਿੱਖ ਸਾਰੇ ਸਹਿਯੋਗ ਦੇਣ ਲੱਗੇ ਹੈ। ਇਟ ਇਜ਼ ਗੋਨ ਬਿਯੋਂਡ ਜਿਹੜੀਆਂ ਫॉर ਐਗਜ਼ਾਮਪਲ ਸਰਟਨ ਰੋਡ ਬਲੌਕਸ ਪਾਉਣ ਦੀ ਕੋਸ਼ਿਸ਼ ਕੀਤੀ ਗਵਰਨਮੈਂਟ ਆਫ ਇੰਡੀਆ ਨੇ, ਖਾਲਿਸਤਾਨ, ਟੁਕੜੇ ਟੁਕੜੇ ਗੈਂਗ, ਨੈਕਸਲਾਈਟ, ਫਲਾਨਾ ਢਿਮਕਾ, ਉਹ ਸਾਰੀਆਂ ਚੀਜ਼ਾਂ ਆਪੇ ਕਿਤਨੇ ਤਿੱਤਰ ਬਿੱਤਰ ਜੀਆਂ ਹੋ ਗਈਆਂ। ਰਾਈਟ, ਬੜਾ ਖਤਰਨਾਕ ਖੇਡ ਖੇਲ ਰਹੀ ਸੀ ਗਵਰਨਮੈਂਟ। ਮੇਰੀ ਤਾਂ ਸ਼ੁਰੂ ਤੋਂ ਹੀ ਰਹੀ ਹੈ ਵੀ ਕੰਜ਼ਿਊਮਰ ਜਿਹੜਾ ਹੈ, ਕਿਉਂਕਿ ਇਹ ਕਾਨੂੰਨ ਜਿਹੜੇ ਨੇ ਇਹ ਸਿੱਧੀ ਤੌਰ ਤੇ ਤਾਂ ਨਜ਼ਰ ਆਉਂਦੇ ਹੈ ਕਿਸਾਨਾਂ ਤੇ ਕਿਸਾਨੀ ਦੇ ਖਿਲਾਫ, ਲੇਕਿਨ ਇਹਦਾ ਜਿਹੜਾ ਪ੍ਰਭਾਵ ਪੈਣਾ ਹੈ ਜਿਹੜੀ ਕੰਜ਼ਿਊਮਰ ਹੈ, ਜਿਹੜਾ ਖੇਤੀ ਨਾਲ ਜੁੜਿਆ ਨਹੀਂ ਲੇਕਿਨ ਜਿੰਸ ਖਾਂਦਾ ਆ, ਜਿਹਨੇ ਖਰੀਦਣੀ ਹੈ, ਅਸਲ ਤਾਂ ਸੱਟ ਉਹਨੂੰ ਵੱਜਣੀ ਹੈ ਜਾ ਕੇ 2-3 ਸਾਲਾਂ ਬਾਅਦ। ਹਾਲੇ ਤਾਂ ਜ਼ਿਮੀਂਦਾਰਾਂ ਕੋਲ ਕਿੰਨਾ ਕੁ ਜਿਹੜੇ ਧਨਾਟ ਬੰਦੇ ਹੈ ਜਾਂ ਗੌਰਮੈਂਟ ਦੀ ਕੋਈ ਸਕੀਮ ਹੈ ਐਕਸਪਲੋਇਟ ਕਰਨ ਦੀ, ਉਹ ਕਿੰਨਾ ਕਰਨਾ ਜ਼ਿਮੀਂਦਾਰ ਦੇ ਪੱਲੇ ਤਾਂ ਚਮੜੀ ਰਹਿ ਗਈ ਆ, ਹੱਡੀਆਂ ਰਹਿ ਗਈਆਂ, ਕੀ ਖਾ ਲੂਗਾ ਉਹਦੇ ਚੋਕ ਧਨਾਟ ਬੰਦਾ। There is nothing. They will want to harass their zameen and assets, but the biggest side where they will be the profiteering from is the hoarding. जिसके इन्होंने लिमिट ही चक देते हैं, you can hold any amount of food stuff. Now that is critical for the consumer. साडा जेड़ा public distribution system है, आपा हाले भी गरीब मुल्कां च हैं, गरीब बहुत सारी संख्या दे लोग ने, ਉਹਨਾਂ ਨੇ ਜਿਹੜੀ ਖੁਰਾਕ ਦਿੰਨੇ ਆ ਆਪਾਂ ਕੰਟਰੋਲ ਪ੍ਰਾਈਸ ਤੇ, ਜਿਹਨੂੰ ਫੇਅਰ ਪ੍ਰਾਈਸ ਸ਼ਾਪਸ ਦੇ ਰਾਹੀਂ ਜਾਂ ਜਿਹੜੇ ਵੀ ਹੈ ਵੰਡਦੇ ਆਪਾਂ ਖੁਰਾਕਾਂ ਮੰਥਲੀ, ਉਹ ਕਿੱਥੋਂ ਦੇਣਗੇ? ਅੱਜ ਜਿਹੜੀ ਚੀਜ਼ 30 ਰੁਪਏ ਦੀ ਹੈ ਕੱਲ ਨੂੰ 300 ਦੀ ਹੋਊਗੀ, 200 ਦੀ ਹੋਊਗੀ। ਅਸਲ ਕੰਜ਼ਿਊਮਰ ਮਰ ਜੂਗਾ। ਦੂਜਾ ਜਿਹੜਾ ਪਬਲਿਕ, ਨੀਡੀ ਪਬਲਿਕ ਹੈ, ਜਿਨ੍ਹਾਂ ਨੂੰ ਪੀਡੀਐਸ ਸਿਸਟਮ ਦੇ ਰਾਹੀਂ ਗਵਰਨਮੈਂਟ ਸੋਸ਼ਲ ਰਿਸਪੌਂਸਿਬਿਲਿਟੀ ਕਰਦੀ ਹੈ, ਉਹਨਾਂ ਨੂੰ ਖੁਰਾਕ ਦਿੰਦੀ ਹੈ, ਉਹ ਜਿਵੇਂ ਹੁਣ ਪਿੱਛੇ ਜੇ ਕਰੋਨਾ ਦੇ ਵਿੱਚ ਸੀਗਾ, ਇਹਨਾਂ ਨੂੰ ਸੀਗਾ ਭੰਡਾਰ ਆਪਣੇ FCI ਦੇ, ਤਾਂ ਹੀ ਤਾਂ ਵੰਡੇ
ਜੋ ਭੰਡਾਰ ਅਡਾਨੀ ਅੰਬਾਨੀ ਜਾਂ ਕਿਸੇ ਹੋਰ ਇੰਡਸਟਰੀਲਿਸਟ ਤੇ ਫੋਰਨ ਕੰਪਨੀ ਦੇ ਹੋ ਜਾਣਗੇ ਤੇ ਕਿਆ ਗਵਰਨਮੈਂਟ ਉਹਨਾਂ ਨੂੰ ਕਹਿ ਸਕਦੀ ਹੈ ਵੀ ਆਪਦੇ ਜਿਹੜੇ ਹੈਗੇ ਹੁਣ ਗੇਟ ਖੋਲ ਦਿਓ ਭੰਡਾਰਾਂ ਦੇ? ਨਹੀਂ ਕਹਿਣਗੇ, ਨਾ ਉਹ ਕਰਨਗੇ। ਕਾਨੂੰਨ ਉਹਨਾਂ ਦੇ ਨਾਲ ਕਰਤਾ, ਤੁਸੀਂ ਉਹਨਾਂ ਦੇ ਪੱਖ 'ਚ। ਸੋ ਕੰਜ਼ਿਊਮਰ ਨੂੰ ਉੱਠਣਾ ਚਾਹੀਦਾ ਹੈ। ਇਹ ਕੰਜ਼ਿਊਮਰ ਨੂੰ ਵੱਡੀ ਸੱਟ ਵੱਜਣੀ ਹੈ ਕਿਸਾਨੀ ਨਾਲੋਂ ਵੀ ਜ਼ਿਆਦਾ। ਅੱਛਾ, ਤੁਸੀਂ ਜਿਵੇਂ ਦੱਸਿਆ ਵੀ ਲੋਕ ਜਿਹੜੇ ਆ ਹੌਲੀ ਹੌਲੀ ਕਿਸਾਨਾਂ ਦੇ ਨਾਲ ਰਲ ਰਹੇ, ਉਹਨਾਂ ਨੂੰ ਮਹਿਸੂਸ ਵੀ ਹੋ ਰਿਹਾ ਵੀ ਹਾਂ ਵੀ ਇਹ ਸਾਡੇ ਤੇ, ਪਰ ਜਦੋਂ ਦੇ ਕਿਸਾਨ ਲੱਗੇ ਆ ਜੀ, ਮਤਲਬ ਲੋਕਾਂ ਨੂੰ ਤਾਂ ਉਦੋਂ ਹੀ ਇਸ ਗੱਲ ਦੇ ਨਾਲ ਆ ਜਾਣਾ ਚਾਹੀਦਾ ਸੀਗਾ ਵੀ ਭਾਈ ਇਹ ਮਹਿੰਗਾਈ ਤੇ ਸਾਡੇ ਲਈ ਹੋਣੀ ਸਭ ਤੋਂ ਜ਼ਿਆਦਾ। ਉਹ ਵੀ ਟਾਈਮ ਲੱਗਦਾ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਸਮਝਣ 'ਚ, ਕਿਉਂਕਿ ਗਵਰਨਮੈਂਟ ਦਾ ਜਿਹੜਾ ਮੀਡੀਆ ਹੈ, ਰਾਦਰ ਗਵਰਨਮੈਂਟ ਕੰਟਰੋਲਡ ਪ੍ਰਾਈਵੇਟ ਮੀਡੀਆ ਹੈ, ਉਹਨਾਂ ਨੇ ਪਿੱਛੇ ਹੀ ਹੋੜ ਪੇਸ਼ ਕਰਤੀ ਹੈ। ਪਰਪਸ ਤੇ ਹੈ ਵੀ ਲੋਕ ਨਾਲ ਜੁੜਨ ਨਾਲ। ਦਿਸ ਇਜ਼ ਇੱਕ ਵਾਰਫੇਅਰ ਕਹਿ ਦਿਆਂਗਾ ਮੈਂ ਤਾਂ। ਜੋ ਹਾਲਾਤ ਪੈਦਾ ਕਰ ਰਹੇ ਹੈ, ਲੱਗਦਾ ਹੈ ਵੀ ਜਿਵੇਂ ਕਿਸੇ ਆਪਾਂ ਬਗਾਨੇ ਲੋਕਾਂ ਨਾਲ ਇੱਕ ਲੜਾਈ ਲੜਨ ਦਾ ਮਾਹੌਲ ਬਣ ਰਿਹਾ ਹੈ। ਕਿੱਡੀਆਂ ਕਿੱਡੀਆਂ ਉੱਥੇ ਬੈਰੀਅਰ ਖੜੇ ਕਰ ਦਿੱਤੇ, ਕੀ ਕੁਝ ਸੜਕਾਂ ਪੱਟ ਦਿੱਤੀਆਂ, ਟੀਅਰ ਗੈਸ ਚੱਲਣੇ ਪੈਣ ਪੀਸਫੁਲ ਪ੍ਰੋਟੈਸਟਰਸ ਤੇ। ਸੋ ਨੈਚੁਰਲੀ ਗਵਰਨਮੈਂਟ ਇਜ਼ ਮੇਕਿੰਗ ਮਿਸਟੇਕਸ। ਦਿਸ ਇਜ਼ ਐਨ ਐਡਮਿਨਿਸਟ੍ਰੇਟਿਵ ਫੇਲੀਅਰ। ਪਹਿਲੀ ਗੱਲ ਡੈਮੋਕ੍ਰੇਸੀ ਦੀ ਇਹ ਹੁੰਦੀ ਹੈ ਵੀ ਆਵਾਮ ਦੀ ਆਵਾਜ਼ ਨੂੰ ਇੱਕ ਸਿੱਟਾ ਇੱਕ ਨਤੀਜੇ ਤੇ ਲਿਆਓ। ਡੈਮੋਕ੍ਰੇਸੀ ਵਿੱਚ ਅਗਰ ਤੁਸੀਂ ਦਬਾਉਣਾ ਚਾਹੁੰਦੇ ਹੋ ਆਵਾਜ਼ ਨੂੰ, ਤੇ ਨੈਚੁਰਲੀ ਮੀਡੀਆ ਦੇ ਰਾਹੀਂ, ਹੋਰ ਏਜੰਸੀਆਂ ਦੇ ਰਾਹੀਂ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਹੋ ਕੋਸ਼ਿਸ਼। ਲੇਕਿਨ ਦੁਨੀਆ ਦਾ ਇਤਿਹਾਸ ਕਹਿੰਦਾ ਹੈ, ਹਰ ਮੁਲਕ ਦਾ, ਵੀ ਕਦੇ ਵੀ ਪਬਲਿਕ ਦੀ, ਆਵਾਮ ਦੀ ਆਵਾਜ਼ ਨੂੰ ਲੰਬੇ ਅਰਸੇ ਲਈ ਦਬਾਇਆ ਨਹੀਂ ਜਾ ਸਕਦਾ। ਹਾਂ, ਕੀਮਤ ਚੁਕਾਣੀ ਪੈ ਸਕਦੀ ਹੈ, ਵਿਚ ਇਜ਼ ਸੋ ਅਨਫੋਰਚੂਨੇਟ। 21ਵੀਂ ਸਦੀ ਦਾ ਇੰਡੀਆ ਕਿਆ ਆ ਹੈ, ਜਿਹੜੇ ਆਪਣੇ ਪੁਰਖਾਂ ਨੇ ਇੰਨੇ ਸਦੀਆਂ ਤੋਂ ਇੱਕ ਭਾਈਚਾਰਾ ਬਣਾਇਆ ਸੀ, ਇੱਕ ਨਾਮ ਕੱਢਿਆ ਸੀ, ਉਪਲਬਧੀਆਂ ਕੀਤੀਆਂ ਹਰ ਖੇਤਰ 'ਚ। ਆਪਾਂ ਜੀ ਮਿੱਟੀ 'ਚ ਰਲਾਉਣ ਨੂੰ ਤਿਆਰ ਹੈਗੇ ਆ ਆਪਣੀ ਜ਼ਿੰਦ ਪਿੱਛੇ। ਸੋ ਆਈ ਫੀਲ ਦਿਸ ਕੈਨ ਨਾਟ ਸਕਸੀਡ, ਨੋ ਮੈਟਰ ਕਿੰਨੇ ਵੀ ਹੱਥ ਕੰਡੇ ਗੌਰਮੈਂਟ ਅਪਣਾ ਲਵੇ। ਪਬਲਿਕ ਜਿਹੜੀ ਹੈ ਉਹ ਇਸ ਵਕਤ ਤੁਰ ਪਈ ਹੈਗੀ ਹੈ। ਪਬਲਿਕ ਤਨ ਮਨ ਧਨ ਨਾਲ ਸਹੀ ਮਾਇਨੇ ਵਿੱਚ ਨਾਲ ਜੁੜੀ ਹੈ ਕੁਲਦੀਪ ਸਿੰਘ। ਨੰਬਰ 1, ਮੈਂ ਹੁਣ ਇੱਥੇ ਆ ਕੇ ਇਹ ਕਹਿਣਾ ਚਾਹੁੰਦਾ ਵੀ ਇਹਦਾ ਸਮਾਪਤੀ ਕਿਵੇਂ ਨਜ਼ਰ ਆਉਂਦੀ। ਮੈਂ ਆਪਦਾ ਇਹ ਤੈਨੂੰ ਦੱਸਣਾ ਚਾਹਾਂਗਾ ਜ਼ਰੂਰ, ਕਿਉਂਕਿ ਮੈਂ ਇੰਡੀਆ 'ਚ ਬੈਠਾ, ਤੁਹਾਡੇ ਸੁਣਨ ਵਾਲੇ ਜ਼ਿਆਦਾ ਕੈਨੇਡਾ ਅਮਰੀਕਾ ਵਗੈਰਾ 'ਚ ਬੈਠੇ ਨੇ। ਉਹ ਹਮਦਰਦ ਹੈ ਸਾਡੇ ਇਸ ਮੂਵਮੈਂਟ ਤੇ, ਉਹ ਵੀ ਇੱਕ ਹਿੱਸੇਦਾਰ ਹੈ ਮੈਂ ਕਹਾਂਗਾ ਇਸ ਮੂਵਮੈਂਟ ਤੇ। ਜਿਹੜੀ ਇਹ ਆਪਤਿਆ ਆਈ ਹੈ, ਜਿਹੜੀ ਇਹ ਐਮਰਜੈਂਸੀ ਕਹਿ ਲਓ ਕਿਸਾਨੀ ਤੇ, ਇਹਦੇ ਵਿੱਚ ਉਹ ਚੰਗੀ ਤਰ੍ਹਾਂ ਸਮਝਦੇ ਆ। ਮੈਨੂੰ ਦੋ ਗੱਲਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਕਿਸਾਨੀ ਮੂਵਮੈਂਟ ਹੈ, ਇਹ ਹਿੰਦੂ, ਸਿੱਖ, ਮੁਸਲਮਾਨ, ਪੰਜਾਬ, ਹਰਿਆਣਾ, ਯੂਪੀ ਕਿਸਾਨ, ਰਾਜਸਥਾਨ, ਮੱਧ ਪ੍ਰਦੇਸ਼, ਔਰ ਇਹ ਫੈਲਦੀ ਜਾ ਰਹੀ ਹੈ ਬੰਗਾਲ 'ਚ, ਤਾਮਿਲਨਾਡੂ 'ਚ ਵਗੈਰਾ ਵਗੈਰਾ। ਇਹਨੂੰ ਆਪਾਂ ਸੀਮਤ ਨਹੀਂ ਕਰ ਸਕਦੇ। ਕੋਈ ਇੱਕ ਵਰਗ ਧਰਮ ਦੇ ਨਾਂ ਤੇ, ਜ਼ੁਬਾਨ ਦੇ ਨਾਂ ਤੇ, ਸੂਬੇ ਦੇ ਨਾਂ ਤੇ ਇਹਨੂੰ ਵੰਡਿਓ ਨਾ ਕਿਤੇ ਭਰਾਵੋ। ਇਹਦੇ ਵਿੱਚ ਡਿਸਿਪੇਰੀਅਸ ਟੈਂਡੈਂਸੀਜ਼ ਆ ਜਾਂਦੀਆਂ ਹੁੰਦੀਆਂ। ਆਪਣਾ ਨਾਮ ਬਦਨਾਮ ਹੋਏਗਾ। ਮੂਵਮੈਂਟ ਨੂੰ ਪਿਓਰ ਕਿਸਾਨੀ ਰੱਖਿਆ ਜਾਵੇ। ਜਿਵੇਂ ਫॉर ਐਗਜ਼ਾਮਪਲ ਟੈਂਪਟੇਸ਼ਨ ਹੋ ਸਕਦੀ ਹੈ, ਕਈ ਚੰਦ ਲੋਕ ਹੈਗੇ ਆ, ਮੈਂ ਮੰਨਦਾ ਹਾਂ ਬਹੁਤ ਹੀ ਘੱਟ ਗਿਣਤੀ 'ਚ, ਜਿਹੜੇ ਹੋਰ ਊਟ ਪਟਾਂਗ ਦੀ ਆਪਦੇ ਮੁੱਦਿਆਂ ਨੂੰ ਨਾਲ ਜੋੜ ਕੇ ਪਿਗੀ ਬੈਕ ਰਾਈਡ ਕਰਨਾ ਚਾਹੁੰਦੇ ਆ। ਮੇਰੀ ਹੱਥ ਜੋੜ ਕੇ ਉਹਨਾਂ ਸਾਹਮਣੇ ਬੇਨਤੀ ਹੈ ਵੀ ਤੁਹਾਡਾ ਕਿੱਡਾ ਵੀ ਕੋਈ ਪੋਲੀਟੀਕਲ ਮਸਲਾ ਹੋਵੇ, ਇਮੋਸ਼ਨਲ ਮਸਲਾ ਹੋਵੇ, ਚਾਹੇ ਖਾਲਿਸਤਾਨ ਦਾ ਹੋਵੇ, ਉਹਨੂੰ ਇਸ ਕਿਸਾਨੀ ਨਾਲ ਨਾ ਜੋੜੋ। ਲੜਾਈ ਲੜਨੀ ਹੈ ਤਾਂ ਵੀ ਲੜੀ ਜਾਓ। ਡੂ ਨਾਟ ਯੂਜ਼ ਦਿਸ ਹਿਸਟੋਰਿਕ ਮੂਵਮੈਂਟ ਟੂ ਫਰਦਰ ਯੋਰ ਗੋਲਸ। This will destroy all of India's peasantry. Not only, I think we have to behave responsible. We have to focus purely on Kisani issues. Now, this was my advice to my brethren who are emotionally connected, who are well-meaning, but they should not play with fire in India. Number 2, ਦੱਸੋ, ਤੁਸੀਂ ਪੁੱਛੋ। ਨਹੀਂ, ਮੈਂ ਇਹ ਗੱਲ ਕਰਨ ਲੱਗਾ ਸੀਗਾ ਵੀ ਦੇਖੋ ਇਹ ਤਾਂ ਨਿਰਾ ਕਿਸਾਨੀ ਮੁੱਦਾ ਸੀ ਔਰ ਕਿਸਾਨਾਂ ਦੀ ਹੀ ਹਮਾਇਤ ਤੇ ਲੋਕਾਂ ਨੇ ਗੱਲਾਂ ਕੀਤੀਆਂ ਨੇ, ਪਰ ਉਹ ਤਾਂ ਭਾਰਤੀ ਸਰਕਾਰ ਆ ਜਿਹੜੀ ਬਾਰ-ਬਾਰ ਉਸ ਗੱਲ ਨੂੰ ਐਵੇਂ ਖਾਮ-ਖਾਮ ਦੂਸਰਾ ਰੰਗ ਦਿੰਦੀ ਆ। ਆਮ ਤੌਰ ਤੇ ਲੋਕ ਪੀਪਲ ਨਥਿੰਗ ਟੂ ਡੂ ਵਿਦ ਐਨੀਥਿੰਗ ਐਲਸ, ਉਹਨਾਂ ਨੇ ਸਿਰਫ ਕਿਸਾਨੀ ਮੁੱਦਾ ਹੀ ਆ। ਚਾਹੇ ਨੌਜਵਾਨ ਬਾਹਰਲੀਆਂ ਦੇਸ਼ਾਂ ਜਾਏ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀਆਂ ਜ਼ਮੀਨਾਂ ਖੁੱਸ ਜਾਣੀਆਂ, ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਉਦਾਂ ਹੀ ਸਰਕਾਰ ਨੇ ਕਾਨੂੰਨ ਬਣਾ ਕੇ ਖੋਲਣ ਲੱਗੇ ਨੇ।
ਉਹਦੇ ਲੋਕੀ ਇੱਕਦਮ ਜਜ਼ਬਾ ਲੋਕਾਂ ਚ ਆਇਆ ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਵਿਚਾਰੇ ਕਰਨ ਲੱਗ ਪਏ। ਪਰ ਸਰਕਾਰ ਨੂੰ ਰੰਗਤ ਗਲਤ ਦਿੰਦੀ ਆ ਹਮੇਸ਼ਾ ਹੀ। ਹੋ ਸਕਦਾ ਕਿ ਦੋ ਚਾਰ ਬੰਦੇ ਕਿਤੇ ਐਵੇਂ ਆ ਕੇ ਗੱਲ ਨੂੰ ਗਲਤ ਦੇਣ, ਉਹਨਾਂ ਨੂੰ ਲੋਕੀ ਭੰਡਦੇ ਆ ਬਾਹਰ, ਐਸੀ ਗੱਲ ਨਹੀਂ, ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਬਸ 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 ਇਹੀ ਮੇਰਾ ਮਤਲਬ ਸੀ। ਪਰਸੈਂਟੇਜ ਜਿਹੜੀ ਹੈ, ਫॉर एग्जांपल ਟੈਲੀਵਿਜ਼ਨ ਅਗਰ ਕੋਈ ਫੋਟੋ ਲੈਂਦਾ ਹੈ ਐਂਡ ਪ੍ਰੋਟੈਸਟ ਦੇ ਵਿੱਚ ਅਗਰ 50,000 ਬੰਦਾ ਹੈ ਔਰ ਵਿੱਚੋਂ 30-40 ਬੰਦੇ ਖਾਲਿਸਤਾਨ ਦੇ ਐਕਚੁਅਲ ਝੰਡੇ ਲੈ ਕੇ ਟੀਵੀ ਵਿਖਾਉਂਦਾ ਹੈ, ਉਦੋਂ ਚੀਜ਼ ਨੂੰ ਫਿਰ ਗਵਰਨਮੈਂਟ ਨੂੰ ਹੈਂਡਲ ਦੇ ਰਹੇ ਹੈ। ਮੇਰੀ ਇਹੀ ਦਰਖਾਸਤ ਸੀਗੀ ਕਿ ਇਹਨਾਂ ਚੀਜ਼ਾਂ ਨੂੰ ਪਲੀਜ਼ ਡੂ ਨਾਟ ਬ੍ਰਿੰਗ ਇਟ ਇਵਨ ਨੀਅਰ ਇਟ, ਦੇ ਨਜ਼ਦੀਕ ਇਹਦੀ ਖੁਸ਼ਬੂ ਵੀ ਨਾ ਲਿਆਓ। ਇਹ ਬਹੁਤ ਵੱਡਾ ਇਸ਼ੂ ਹੈ, ਇਤਿਹਾਸਿਕ ਹੈ। ਇੱਕ ਇਹਨੂੰ ਕਮਜ਼ੋਰ ਆਪਾਂ ਹੀ ਨਾ ਕਿਤੇ ਕਰ ਬੈਠੀਏ। ਦੈਟ ਇਜ਼ ਮਾਈ ਇਸ਼ਾਰਾ ਸਿਰਫ ਉਸ 0.001% ਨੂੰ ਹੀ ਸੀਗਾ, ਜਾਂ ਹੋਰ ਵੀ ਕੋਈ ਆਪਦੇ ਮੁੱਦੇ ਹੈ, ਚਾਹੇ ਉਹ ਹੈਗਾ ਕਮਿਊਨਿਸਟ ਦੇ ਹੈਗੇ ਹੈ ਵੀ ਆ ਸੋਸ਼ਲ ਐਕਟਿਵਿਸਟ ਨੂੰ ਛੁਡਾਵਾਂਗੇ ਅਸੀਂ, ਡੂ ਨਾਟ ਬ੍ਰਿੰਗ ਦੋਜ਼ ਇਨ, ਦੋਜ਼ ਆਰ ਇੰਪੋਰਟੈਂਟ ਇਸ਼ੂਜ਼, ਬਟ cannot be joined with the Kisani movement. It will be detrimental to the interests of the farmers of India. ਉਹ ਗੱਲ ਹੈ ਵੀ ਪਹਿਲਾਂ ਇਹਨਾਂ ਮੁੱਦਿਆਂ ਦੇ ਨਾਲ ਡੀਲ ਕਰ ਲਿਆ ਜਾਵੇ, ਉਹ ਗੱਲਾਂ ਬਾਅਦ ਦੀਆਂ ਨੇ, ਬਾਅਦ ਦੇ ਵਿੱਚ ਉਹ ਵੀ ਡਿਸਕਸ ਕੀਤੀਆਂ ਜਾ ਸਕਦੀਆਂ। Correct. Now, question is, what is the future? The way I see it, sitting in India, and I have been, as you have introduced me, I have taken up this cause very sincerely. We are mobilizing public opinion. We are going to meet the Kisani leaders. We are carrying goods and stuff for them. We are disseminating their message across the media. ਅਸੀਂ ਜਿਹੜੇ ਕੁਝ ਪੜ੍ਹੇ ਲਿਖੇ ਹੋਣ ਕਰਕੇ ਸਾਨੂੰ ਦੁਨੀਆ ਦੇਖੀ ਹੈ, ਫਿਰੇ ਹੈ, ਸਾਨੂੰ ਦਾ ਨਜ਼ਰੀਆ ਹੈ, ਉਹਦੇ ਮੁਤਾਬਿਕ ਮੈਂ ਜੋ ਇਸ ਵਕਤ ਦੇਖ ਰਿਹਾ ਵੀ ਪ੍ਰਾਪਤੀਆਂ ਮੈਂ ਪਹਿਲਾਂ ਹੀ ਕਹਿਤੀਆਂ ਬਹੁਤ ਹੋ ਗਈਆਂ। ਹੁਣ ਇਹਦਾ ਰਿਜ਼ਲਟ ਇਹ ਹੈ ਵੀ ਸਰਕਾਰ ਵੀ ਹੱਪ ਜਾਊਗੀ। ਅਸਲ ਪਤਾ, ਕਿਉਂਕਿ फ्यूचर प्रिडिक्ट करना मुश्किल है, लेकिन एक सेध जो है मैं जो समझता है मैं दसदा है, आ जेडे 4-5 स्टेटां च हुण इलैक्शन हो रहे हैं, इन्हां दा जेड़ा रिजल्ट आऊगा ਇਹਦੇ ਤੋਂ बहुत ਵੱਡਾ असर किसानी मूवमेंट ਤੇ ਪੈਣਾ। और जो इस वक्त नज़र आ रहा है मीडिया ਦੇ ਦਬਾਅ ਦੇ बावजूद ਵੀ ਇਹਨਾਂ ਸਟੇਟਾਂ ਵਿੱਚ ਪ੍ਰੈਜ਼ੈਂਟ ਸੈਂਟਰਲ ਗਵਰਨਮੈਂਟ बीजेपी ਵਾਲੀ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਪੰਜਾਬ 'ਚ। हो सकता किते एक दो मार कर जान, हो सकता किते वोट शेयर भी वधा जान, लेकिन सरकारां बनदियां नज़र नहीं आंदियां सिवाय असम दे बैटल हैगी। देयरफॉर ਇਹਦੇ ਵਿੱਚ ਇਹ ਜੇ ਪੋਲੀਟੀਕਲ ਸੈਟਬੈਕ ਮਿਲਦਾ ਹੈ ਪ੍ਰੈਜ਼ੈਂਟ ਬੀਜੇਪੀ ਡਿਸਪੈਂਸੇਸ਼ਨ ਨੂੰ, ਪੋਲੀਟੀਕਲ ਪਾਰਟੀ ਨੂੰ ਜਿਹੜੀ ਗਵਰਨਮੈਂਟ ਚਲਾ ਰਹੀ ਹੈ, ਦੇ ਵਿਲ ਹੈਵ ਟੂ ਰਿਵਾਈਜ਼ देयर ਆਊਟਲੁੱਕ। ਆਲਰੇਡੀ ਬੀਜੇਪੀ ਦੇ ਵਿੱਚੋਂ ਚੰਦ ਆਵਾਜ਼ਾਂ ਉੱਠ ਕੇ ਆਈਆਂ ਮੂਰੇ ਕਿਸਾਨੀ ਦੇ ਹੱਕ 'ਚ, ਜਿਵੇਂ ਸਤਪਾਲ ਮਲਿਕ ਦਾ ਮੈਂ ਜ਼ਰੂਰ ਜ਼ਿਕਰ ਕਰਾਂਗਾ, ਜਿਹੜੇ ਯੂਪੀ ਦੇ ਕਿਸਾਨ ਲੀਡਰ ਰਹੇ ਨੇ, ਬੀਜੇਪੀ ਦੇ ਕਰਤਾ ਰਹੇ ਹੈ ਪਰ ਸ਼ੁਰੂ ਤੋਂ ਹੀ 50 ਸਾਲ ਤੋਂ। ਲੇਕਿਨ ਉਸ ਵਕਤ ਗਵਰਨਰ ਲਾ ਦਿੱਤੇ ਗਏ ਸੀ JNK ਦੇ, ਫਿਰ ਉਹਨਾਂ ਨੂੰ ਗੋਆ ਲੈ ਭੇਜ ਦਿੱਤਾ ਗਿਆ, ਹੁਣ ਉਹਨਾਂ ਨੂੰ ਮੇਘਾਲय ਭੇਜ ਦਿੱਤਾ। ਉਹਨਾਂ ਦੇ ਚੰਦ ਪਿਛਲੇ ਦਿਨਾਂ 'ਚ ਵੀਡੀਓ ਆਏ ਨੇ ਜਿਹੜੇ ਮੈਂ ਬੜੇ ਗੌਰ ਨਾਲ ਸੁਣੇ ਹੈ। ਉਹਨਾਂ ਨੇ ਦੁੱਖ ਜਿਹੜਾ ਕਿਸਾਨੀ ਦਾ ਐਂਗਸਟ ਹੈ ਉਹਨੂੰ ਜ਼ਾਹਿਰ ਕੀਤਾ ਹੈ, और उन्होंने साफ स्पष्ट होने करके कॉन्स्टिट्यूशनल पोस्ट के उत्ते बैठे हुए भी उन्होंने सरकार को यही राय दी है भी इन्हों लेट कर रहे हो तुसी गलबात, ये गलबात के राही तुसी करो, नहीं तो इसका नुकसान बहुत हो जाएगा। नैचुरली ही सीइंग द पॉलिटिकल फ्यूचर ऑफ द बीजेपी गोइंग डाउन, बिकॉज अगर किसान सारे इंडिया च 30% 40% भी प्रभावित हो गया तो गवर्नमेंट नहीं टिक सकूगी कितने भी जगह, बीजेपी पार्टी है। देयरफॉर अंदरूनी दबाव भी बनना शुरू हो जाएगा। आई होप दैट द प्रचारक द RSS विल सी दैट इट इज डैमेजिंग देयर स्प्रेड इन द रूरल एरियाज। दे विल आल्सो पुट प्रेशर ऑन द गवर्नमेंट, बट ये सारियां चीज़ां इलैक्शन तो बाद जो 2 मई ਨੂੰ रिजल्ट आउणगे उदों बाद ही नितर के आउणगियां, पर कामयाबी मैनू तां नज़र आंदी। गुरबीर सिंह एक गल मैं दसो, ये मतलब सरकार दी एडी किहड़ी मजबूरी है जी ਭਈ ਉਹ ਥੋੜਾ ਵੀ ਬਚ ਕਰਨ ਨੂੰ ਤਿਆਰ ਨਹੀਂ ਹੈ। मैं 10 मिनट भुल नहीं कहना मुश्किल है, पर लेकिन आम समझ यही आ रही है भी ये ऑलरेडी कमिट कर चुके हैं। ये अपने कोलों जिहड़ी इन्हां दी इकनॉमिक फेलियर्स है और जिहड़ी ओवरऑल इंडिया की इकनॉमिक पोजिशन है, फाइनैंशियल स्टेबिलिटी ऑफ द गवर्नमेंट, वो ही प्रश्न चिन्ह च आ चुकी है।
ਹੁਣ देयरफॉर FCI ਦੇ ਵਿੱਚ ਵਾਸਤੇ ਪ੍ਰੋਕਿਉਰ ਕਰਨ ਲਈ ਇੰਨੀ ਜਿਹੜੀ ਜਿੰਸ ਹੈ ਜਿਹੜੀ ਹੁਣ ਤੱਕ ਹੁੰਦੀ ਰਹੀ ਹੈ, ਕੁਝ ਮਾਤਰਾ ਚ ਹੁੰਦੀ ਰਹੀ ਹੈ, ਸਾਰੀ ਨਹੀਂ ਹੁੰਦੀ, ਉਹ ਇਹਨਾਂ ਕੋਲ ਪੈਸੇ ਹੀ ਹੈ ਨਹੀਂ, ਕਈ ਮਜਬੂਰੀਆਂ ਹੈ, ਇਕਨੋਮਿਕ ਵੀ ਹੋ ਗਈਆਂ। ਇਹ ਚਾਹੁੰਦੇ ਆ ਵੀ ਜਿਹੜਾ 2-4-5 ਲੱਖ ਕਰੋੜ ਰੁਪਏ ਦਾ ਜਿੰਸ ਖਰੀਦਦੇ ਹੈ, ਫਿਰ FCI ਦੇ ਸਟੋਰਾਂ 'ਚ ਕਰਦੇ ਹੈ, ਉਹਦੇ 'ਚ ਨੁਕਸਾਨ ਹੁੰਦੇ ਹੈ, ਉਹਦੇ 'ਚ ਕੋਈ ਚੋਰੀ ਹੁੰਦੀ ਹੈ, ਉਹਦੇ 'ਚ ਕੋਈ ਚੂਹੇ ਬਿੱਲੀਆਂ ਮਤਲਬ ਚੂਹੇ ਤੇ ਉਹ ਖਾ ਜਾਂਦੇ ਆ ਰੋਡੈਂਟਸ, ਉਹ ਚੀਜ਼ਾਂ ਬਚਾਉਣ ਨੂੰ ਇਹ ਕਹਿੰਦੇ ਕਿਸੇ ਤਰੀਕੇ ਨਾਲ ਬਲਾ ਗਲੋ ਲਾਓ ਤੇ ਇਹਨਾਂ ਨੂੰ ਦੇ ਦਿਓ, ਇਹ ਸਾਡੇ ਮਿੱਤਰ ਹੈ, ਇਹ ਆਪੇ ਮੈਨੇਜ ਕਰ ਲੈਣਗੇ। ਸੋ ਇਨ ਅ ਵੇ ਇਟ ਇਜ਼ ਐਨ ਐਡਮਿਟੈਂਸ ਦੀ ਗਵਰਨਮੈਂਟ ਹੈਜ਼ ਫੇਲਡ to as their inefficient FCI's workings is now becoming a cause for the government to want to get out. ਇਹ ਗਵਰਨਮੈਂਟ ਦਾ ਰਵੱਈਆ ਹੈਗਾ ਹੈ ਵੀ ਅਸੀਂ ਹਰ ਚੀਜ਼ ਚੋਂ ਪਬਲਿਕ ਇੰਟਰਸਟ ਤੋਂ ਨਿਕਲ ਜਾਈਏ, ਹਰ ਚੀਜ਼ ਨੂੰ ਕਾਰਪੋਰੇਟ ਨੂੰ ਦੇ ਦਈਏ, ਕੁਝ ਵੀ ਪਹਿਲੂ 에ਅਰਪੋਰਟ ਹੈ, ਰੇਲਵੇਜ਼ ਹੈ, ਸ਼ਿਪਿੰਗ ਹੈ, ਜਿੰਨਾ ਵੀ ਇੰਫਰਾਸਟ੍ਰਕਚਰ ਹੈ, ਟੋਲਵੇਜ਼ ਹੈ, ਹਾਈਵੇਜ਼ ਹੈ, ਇਹ ਸਾਰੇ ਪ੍ਰਾਈਵੇਟ ਸੈਕਟਰ ਦਾ ਪੈਸਾ ਲਵਾਈਏ, ਆਪਾਂ ਸਿਰਫ ਈਜ਼ ਆਫ ਬਿਜ਼ਨਸ ਦੇਈਏ। ਬਟ ਇਟ ਇਜ਼ देयर मजबूरी, देयर बैंकरप्ट। RBI ਦੇ ਜਿਹੜੇ ਰਿਜ਼ਰਵਸ ਆ ਉਹਨਾਂ ਤੋਂ ਵੀ ਇਹਨਾਂ ਨੇ ਟੋਕਰੇ ਭਰ ਚੁੱਕੇ ਹੈ। therefore the government is there, number 1. number 2, the public feeling is that they are favoring certain crony capitalists. ਉਹਨਾਂ ਨੂੰ ਇੰਨੇ ਵੱਡੇ ਡੀਲ ਦੇ ਰਹੇ ਨੇ, ਚਾਹੇ ਵੱਡੇ ਜਹਾਜ਼ ਹੈ, ਰਫੇਲ ਜਹਾਜ਼ ਹੈ, ਚਾਹੇ ਵੱਡੇ ਵੱਡੇ ਹੋਰ ਵੀ ਜਿੰਨੇ ਵੀ ਵੱਡੇ ਸੌਦੇ ਹੋ ਰਹੇ ਹੈ, ਉਹ ਚੰਦ ਹੀ ਹੱਥਾਂ ਦੇ ਵਿੱਚ ਸੌਂਪੇ ਜਾ ਰਹੇ ਹੈ। ਚਾਹੇ ਭਾਰਤ ਇਲੈਕਟ੍ਰੋਨਿਕਸ ਦੇ ਕਾਸਟ ਤੇ ਇਹਨਾਂ ਨੇ ਅੰਬਾਨੀ ਨੂੰ ਦੇ ਦਿੱਤਾ, ਕਿਸੇ ਨੂੰ ਹੋਰ ਦੇ ਦਿੱਤਾ, ਮੈਨੂੰ ਬੜਾ ਡਿਟੇਲ ਨਹੀਂ ਮੈਂ ਜਾਵਾਂਗਾ ਇਸ ਵਕਤ, ਬਟ ਇਹ ਕਲੀਅਰ ਹੈਗਾ, ਇਸ਼ਾਰਾ ਇਸ ਪਾਸੇ ਹੈ ਵੀ ਪ੍ਰਾਈਵੇਟ ਪੈਸਾ ਨੂੰ ਇਹ ਚੀਜ਼ ਫੜਾ ਦਿੱਤੀ ਜਾਵੇ, ਔਰ ਉਹ ਵੀ ਪ੍ਰਾਈਵੇਟ ਪੈਸਾ ਕਿਹੜੇ ਜਿਹੜੇ ਇਹਨਾਂ ਦੇ ਹਮਾਇਤੀ ਲੋਕ ਹੈ। ਇਹ ਗੁਰਬੀਰ ਸਿੰਘ ਮਤਲਬ ਅਜਿਹੀ ਸਰਕਾਰ ਪਹਿਲਾਂ ਕਦੇ ਦੇਖੀ ਨਹੀਂ, ਜਿਹਨੇ ਸਾਰੇ ਜਿਹੜੇ ਇੰਸਟੀਟਿਊਸ਼ਨਸ ਹੈਗੇ ਆ ਉਹ ਵੀ ਸਾਰੇ ਮਤਲਬ ਉਹਨਾਂ ਨੂੰ ਵੀ ਰੰਗਤ ਦੇ ਦਿੱਤੀ ਆਪਣੀ, ਔਰ ਆਪਣੇ ਹੀ ਬੰਦੇ ਅਪਾਇੰਟ ਕਰ ਦਿੱਤੇ। ਰੌਲਾ ਇਹ ਸਭ ਤੋਂ ਜ਼ਿਆਦਾ ਇਹ ਪਾਉਂਦੇ ਸੀ ਵੀ ਜੀ ਉਹ ਪਹਿਲਾਂ ਗਾਂਧੀ ਪਰਿਵਾਰ ਆਪਣਾ ਹੀ ਮਤਲਬ ਕੱਲੇ ਜਿਹੜੀ ਇੱਕ ਪਾਰਟੀ ਹੈ ਉਹ ਸਿਰਫ ਉਹ ਗਾਂਧੀ ਪਰਿਵਾਰ ਚਲਾ ਰਿਹਾ। ਹੁਣ ਤਾਂ ਇਦਾਂ ਲੱਗਦਾ ਜੀ ਵੀ ਇਹ ਸਾਰਾ ਦੋ ਪਰਿਵਾਰਾਂ ਉਹਨਾਂ ਨੇ ਦੇਸ਼ ਹੀ ਸਾਰਾ ਦੇਸ਼ ਹੀ ਵੇਚ ਦਿੱਤਾ ਇੱਕ ਦਿਨ। Kulmeet, there is no doubt that the government performance is very, very sad, to say the least. हर पहलू पे, क्योंकि ये government है, मेरी feeling ये है, they are not having competent people or subject experts, या उन्हें नहीं सुनते नहीं है, मन मर्जी करते हैं। Their forte is political upmanship and speeches and oratory. ਉਹਦੇ ਸਿਰ ਤੇ ਇਹਨਾਂ ਦਾ ਫੋਕਸ ਰਹਿੰਦਾ ਵੀ ਮੈਂ ਸਟੇਟ ਹੀ ਸਟੇਟ ਜਿੱਤੀ ਜਾਵਾਂ, ਜਿਹੜਾ ਇਲੈਕਸ਼ਨ ਹੋਵੇ, ਚਾਹੇ ਪੰਚਾਇਤ ਦਾ ਹੋਵੇ, ਚਾਹੇ ਮਿਊਨਿਸਪਲ ਕਾਰਪੋਰੇਟ ਦਾ ਹੋਵੇ, ਚਾਹੇ ਸਟੇਟ ਅਸੈਂਬਲੀ ਦਾ ਹੋਵੇ, ਚਾਹੇ ਪਾਰਲੀਮੈਂਟ ਦਾ ਹੋਵੇ, ਅਸੀਂ ਹਰ ਜਗ੍ਹਾ ਜਿੱਤਣਾ ਹੈ ਬਸ। ਬਟ ਔਨ ਦੀ ਗਵਰਨੈਂਸ ਵੇਅਰ ਇਜ਼ ਦੀ ਟਾਈਮ? ਇਫ ਦੀ ਪ੍ਰਾਈਮ ਮਿਨਿਸਟਰ ਐਂਡ ਦੀ ਹੋਮ ਮਿਨਿਸਟਰ ਆਰ so aggressively, continuously campaigning in these elections, from Hyderabad municipal corporation elections to every state government, would governance suffer? If I was running a company or any big company, if the CEO was out doing some other things, the company is bound to go bankrupt. So I see this as a lack of focus of the government on the real issues of governance which concern the people, and shifting it away to taking qabza. One of the slogans of this government reveals that it is saying मैं कांग्रेस मुक्त भारत बनाया। कांग्रेस मुक्त का की मतलब है भी सिर्फ साडा ही झंडा नजर आवे। What does that mean? Is that democracy? Does that exemplify and doesn't it indicate autocratic rule in the name of democracy? Now even international संस्थावां कहन लगियां इंडिया का जो डेमोक्रेटिक ग्राफ ऑफ गिर रहा है, civil rights, human rights, फलाना टिमका, but they are in a, at the moment they are in a चौधर जिवें हुंदी है ना भी सिर नूं चढ़ी हुई है, they think they सब चुप कर जाएंगे आपे। Now I feel this is disastrous for secular India. The foundations of the country are being weakened. ਅੱਛਾ ਇੱਕ ਗੱਲ ਮੈਨੂੰ ਦੱਸੋ ਕਿ ਆਪਣੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ? ਅੱਜ ਕੱਲ੍ਹ ਹੁਣ ਪਤਾ ਲੱਗਾ ਵੀ COVID-19 ਦੇ ਫਿਰ ਮੁੜ ਕੇ ਵਾਧਾ ਹੋਣਾ, ਫਿਰ ਕਰਫਿਊ ਕਰਨ ਲੱਗਣ ਲੱਗੇ ਜੀ।
ਇੱਥੇ ਨਾ ਕੁਲਮੀਤ ਜਿਹੜੀ ਪਰਸੈਂਟੇਜ ਹੈ ਨੰਬਰਾਂ ਦੀ ਨਫਰੀ ਪਿਛਲੇ 2-3 ਹਫ਼ਤੇ ਤੋਂ ਵਧਣੀ ਸ਼ੁਰੂ ਹੋ ਗਈ। ਪੰਜਾਬ 'ਚ ਵੀ, ਮਹਾਰਾਸ਼ਟਰ ਸਭ ਤੋਂ ਜ਼ਿਆਦਾ, ਪਰ ਪੰਜਾਬ ਬਹੁਤ ਉੱਚੇ ਦੂਜੇ ਤੀਜੇ ਨੰਬਰ ਤੇ ਹੈ ਇਨ ਦੀ ਰੇਟ ਆਫ ਇਨਕਰੀਜ਼। ਸੋ ਇਸ ਕਰਕੇ ਗਵਰਨਮੈਂਟ ਨੇ ਹੁਣੇ ਰੀਸੈਂਟਲੀ ਕੁਝ 9 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਲਾਤਾ, 9 ਵਜੇ ਸ਼ਾਮ ਤੋਂ ਲਾ ਕੇ 5 ਵਜੇ ਤਾਈਂ। ਆਈ ਡੋਂਟ ਨੋ ਕਿੰਨਾ ਬੈਨੀਫਿਟ ਹੁੰਦਾ ਉਹਦਾ, ਬਟ ਲੇਕਿਨ ਆਈਡੀਆ ਇਜ਼ ਔਰ ਸਕੂਲਾਂ ਨੂੰ ਯੂਨੀਵਰਸਿਟੀਜ਼ ਨੂੰ ਉਹਨਾਂ ਨੇ 31 ਮਾਰਚ ਤੱਕ ਬੰਦ ਕਰ ਦਿੱਤਾ ਸਟੂਡੈਂਟਸ ਨੂੰ, ਜਿਹੜੇ ਉਹਨਾਂ ਨੇ ਖੋਲ੍ਹ ਦਿੱਤੇ ਸੀਗੇ। ਸੋ ਇਟ ਇਜ਼ ਅ ਵਰੀਸਮ ਡਿਵੈਲਪਮੈਂਟ ਐਂਡ ਦੀ ਵੈਕਸੀਨੇਸ਼ਨ ਪ੍ਰੋਗਰਾਮ ਸ਼ੁੱਡ ਗੇਨ ਮੋਰ ਸਪੀਡ। ਆਈ ਥਿੰਕ ਰਾਦਰ ਸਲੋ ਚੱਲ ਰਿਹਾ, ਹਾਲੇ ਇਹਨੂੰ ਵਧਾਉਣਾ ਪੈਣਾ ਹੈ, ਸੋ ਦੈਟ ਇਨ ਦ ਨੈਕਸਟ 3 months कम से कम 30-40% ऑफ आवर पॉपुलेशन शुड बी वैक्सीनेटेड। एट द मोमेंट मैं ख्याल 2-2.5% तक ही आप वैक्सीनेट कर पाए हैं 2 महीने। सो इट इज ए वरीसम सिचुएशन एंड इट इज नॉट क्वाइट क्लियर भी ये जो नवा स्ट्रेन आ चुका है वो करके ज़्यादा कंटेजियस हो रहा है, ज़्यादा वायरल हो रहा है। इट इज़ हार्ड टू से, बट इट इज़ ए वरीसम सिचुएशन। ਗੁਰਬੀਰ ਸਿੰਘ, ਬਹੁਤ ਵਧੀਆ ਲੱਗਾ ਜੀ ਤੁਸੀਂ ਸਾਨੂੰ ਸਮਾਂ ਦਿੱਤਾ, ਗੱਲਬਾਤ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੇਰ ਕਰਾਂਗੇ ਤੁਹਾਡੇ ਨਾਲ ਮੁਲਾਕਾਤ। ਕੋਈ ਗੱਲਬਾਤ ਰਹਿ ਗਈ ਹੋਵੇ ਤੁਸੀਂ ਦੱਸਣੀ ਚਾਹੋ? ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਮੇਰੇ ਭਰਾਵਾਂ ਨੂੰ, ਜਿਹੜੇ ਭੈਣਾਂ, ਵੀਰ, ਮਾਤਾ, ਬੱਚੇ ਜਿਹੜੇ ਬਾਹਰ ਬੈਠੇ ਹੈ, ਤੁਹਾਡਾ ਜਜ਼ਬਾ ਸਾਡੇ ਤੱਕ ਪਹੁੰਚਿਆ ਹੋਇਆ ਹੈ। ਤੁਹਾਡੀ ਜਿਹੜੀ ਹਮਾਇਤ ਹੈ ਕਿਸਾਨੀ ਦੀ, ਇਹਨੂੰ ਅਸੀਂ ਬੜਾ ਸਿਰ ਮੱਥੇ ਬਹੁਤ ਸੁਲਾ ਰਹੇ ਹਾਂ ਸਾਰੇ ਇੱਥੇ। ਆਪ ਤੁਸੀਂ ਆਪਣਾ ਸਹਿਯੋਗ ਦਿੰਦੇ ਰਹੋ। ਔਰ ਮੇਰੀ ਕਿਸਾਨਾਂ ਨੂੰ ਇਹ ਅਪੀਲ ਹੈ, ਲੀਡਰਸ਼ਿਪ ਨੂੰ, ਵੀ ਕਾਸਟ ਐਂਡ ਬੈਨੀਫਿਟ ਐਨਾਲਿਸਿਸ ਕਰਦੇ ਹੋਏ ਜਦੋਂ ਵੀ ਉੱਥੋਂ ਤੁਸੀਂ ਆਓ ਉੱਠ ਕੇ ਮੋਰਚਾ ਤੇ ਜਕਾਰੇ ਛੱਡਦੇ ਆਈਏ। ਇਹ ਨਾ ਹੋਵੇ ਵੀ ਆਪਾਂ ਕੁਝ ਟੈਕਟੀਕਲੀ ਸਟ੍ਰੈਟੇਜਿਕਲੀ ਗਲਤੀ ਕਰ ਬੈਠੀਏ ਔਰ ਮੁੜ ਕੇ ਆਪਣਾ ਸਾਰੀ ਮੂਵਮੈਂਟ ਕਮਜ਼ੋਰ ਪੈ ਜੇ ਕਮਜ਼ੋਰ ਪੈ ਗਈ ਇਸ ਵਕਤ, ਜੇ ਆਪਾਂ ਜਿੱਤ ਨਾ ਹਾਸਲ ਕਰਕੇ ਆਏ ਤਾਂ ਅਗਲੇ 50 ਸਾਲ ਕਿਸਾਨੀ ਮੂਵਮੈਂਟ ਉੱਠ ਨਹੀਂ ਸਕੇਗੀ। ਔਰ ਅਗਰ ਉੱਥੋਂ ਆਪਾਂ ਉਪਲਬਧੀਆਂ ਕਰਕੇ ਆ ਗਏ, ਜਿਹੜੀਆਂ ਮੈਂ ਪਹਿਲਾਂ ਹੀ ਕਿਹਾ ਵਰਣਨ ਕੀਤੀਆਂ, ਆਲਰੇਡੀ ਬਹੁਤ ਹੋ ਚੁੱਕੀਆਂ। ਅਗਰ ਆਪਾਂ ਰਿਪੀਲ ਕਰਾ ਲਈਏ ਜਾਂ MSP ਕਰਾ ਲਈਏ, ਜੋ ਵੀ ਲੀਡਰਸ਼ਿਪ ਠੀਕ ਸਮਝਦੀ ਹੈ, 70-80% ਵੀ ਗੇਨ ਕਰਕੇ ਆਪਾਂ ਜਕਾਰੇ ਛੱਡਦੇ ਵਾਪਸ ਆਈਏ ਤਾਂ ਗਾਂ ਆਉਣ ਵਾਲੇ 50 ਸਾਲ ਕੋਈ ਵੀ ਸਰਕਾਰ ਕਿਸਾਨਾਂ ਨਾਲ ਪੰਗਾ ਨਹੀਂ ਲਏਗੀ। ਇਹ ਬੜਾ ਜ਼ਰੂਰੀ ਹੈ। ਮੇਰੀ ਅਖੀਰ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੂੰ ਔਰ ਉਹਨਾਂ ਦੀ ਗੌਰਮੈਂਟ ਨੂੰ ਇਹ ਅਪੀਲ ਹੈ ਕਿ ਡੈਮੋਕ੍ਰੇਸੀ ਨੂੰ ਮੱਦੇ ਨਜ਼ਰ ਰੱਖਿਆ, ਪਬਲਿਕ ਦੀ ਆਵਾਜ਼ ਸੁਣਨਾ ਤੁਹਾਡਾ ਫਰਜ਼ ਹੈ। ਪਾਰਲੀਮੈਂਟ ਤੁਸੀਂ ਧੱਕਾ ਕਰਦੇ ਹੋ, ਇਹ ਬਿੱਲ ਤੇ ਡਿਸਕਸ਼ਨ ਨਹੀਂ ਹੋਣ ਦਿੱਤੀ। ਕਨਸਟੀਟਿਊਸ਼ਨਲੀ ਤੁਸੀਂ ਇਸ ਬਿੱਲ ਨੂੰ ਲਾਗੂ ਕਰ ਨਹੀਂ ਸੀ ਸਕਦੇ, ਇਹ ਸਟੇਟ ਸਬਜੈਕਟ ਹੈ, ਉਹ ਹੁਣ ਸੁਪਰੀਮ ਕੋਰਟ 'ਚ ਪਿਆ। ਆਈ ਅਪੀਲ ਟੂ ਦ ਪ੍ਰਾਈਮ ਮਿਨਿਸਟਰ ਟੂ ਰਿਵਿਊ ਹਿਜ਼ ਐਟੀਟਿਊਡ ਟੂਵਰਡਸ ਡੈਮੋਕ੍ਰੇਸੀ ਐਂਡ ਟੂਵਰਡਸ ਦ ਇੰਟਰਸਟ ਆਫ ਪੀਜ਼ਨਟਸ ਆਫ ਆਲ ਇੰਡੀਆ। I also appeal to the judiciary, including the highest court, Supreme Court of India, that please take these issues on the fast track. For example, the issue of validity of these 3 laws on the touchstone of the Constitution, whether the government, central government and parliament can make acts and bills and create acts, law, through on subjects which are strictly in the state list of agriculture. So with these appeals, I thank you, Kulmeet. बड़ा चंगा लग्या ਤੁਹਾਡੇ ਆਉਣ ਨੂੰ, ਧੰਨਵਾਦ। ਕਦੇ ਗੱਲਬਾਤ ਕਰਦੇ ਰਿਹਾ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।